अस्सलाम वालेकुम। जहेज़ ਦੀ ਇੱਕ ਐਸੀ ਲਾਨਤ ਹੈ ਕਿ ਬਈ ਜੂੰ ਇਲਮ ਜ਼ਿਆਦਾ ਆ ਰਿਹਾ, ਲੋਕਾਂ ਨੂੰ ਸ਼ੌਰ ਜ਼ਿਆਦਾ ਆ ਰਿਹਾ, ਲੋਕਾਂ ਕੋਲੇ ਹਰ ਕਿਸਮ ਦਾ ਯਾਨੀ ਇਜ਼ਾਫਾ ਹੋ ਰਿਹਾ ਹੈ ਕਿ ਬਈ ਦੀਨ ਦਾ, ਦੁਨੀਆ ਦਾ ਔਰ ਫਿਰ ਜਨਾਬ ਮੇਰੀ ਇਹਦੇ ਫਾਇਦੇ ਨੁਕਸਾਨ ਮਨਾ ਸਭ ਕੁਝ ਲੋਕਾਂ ਨੂੰ ਪਤਾ ਹੈ। ਲੇਕਿਨ ਉਦੋਂ ਇਹਦੇ ਤਰੀਕੇਕਾਰ ਜਿਹੜੇ ਨੇ ਇਹ ਬਦਲ ਗਏ ਨੇ ਕਿ ਜਿਹੜਾ ਨਾ ਤੁਸੀਂ ਜਹੇਜ਼ ਦੀ ਜਗ੍ਹਾ ਤੇ ਉਹਦੇ ਨਾਂ ਬਦਲ ਕੇ ਮੁਖਤਲਿਫ ਨਾਂ ਰੱਖ ਕੇ ਫਿਰ ਡਿਮਾਂਡ ਦੇ ਮੁਤਾਬਕ ਕਿ ਸਾਡੇ ਘਰ 'ਚ ਇਸ ਟਾਈਮ ਜ਼ਰੂਰਤ ਕਿਸ ਚੀਜ਼ ਦੀ ਹੈ ਉਹ ਡਿਮਾਂਡ ਕੀਤੀ ਜਾ ਰਹੀ ਹੈ ਕਿ ਸਾਨੂੰ ਤੇ ਸਾਡੇ ਕੋਲੇ ਬੈੱਡ ਹੈ ਤੇ ਸੋਫਾ ਦੇ ਦਿਓ, ਸੋਫਾ ਹੈ ਤੇ ਕਾਰ ਦੇ ਦਿਓ, ਕਾਰ ਹੈ ਤੇ ਟੀਵੀ ਦੇ ਦਿਓ, ਟੀਵੀ ਹੈ ਤੇ ਫ੍ਰਿਜ ਦੇ ਦਿਓ। ਯਾਨੀ ਆਪਣੀ ਜ਼ਰੂਰਤ ਤੇ ਜਿਸ ਤਰ੍ਹਾਂ ਤੁਸੀਂ ਉਸ ਤਰ੍ਹਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ, ਬਜਾਏ ਕਿ ਜੂੰ ਇਲਮ ਆ ਗਿਆ। ਚਲੋ ਜ਼ਮਾਨਾ ਜਾਲੀਅਤ ਵਿੱਚ ਜਾਂ ਜ਼ਮਾਨਾ ਲਾ ਇਲਮੀ ਵਿੱਚ ਅਗਰ ਕੋਈ ਬੰਦਾ ਕਰ ਰਿਹਾ ਤਾਂ ਉਹਦੀ ਇੱਕ ਅਲੱਗ ਬਾਤ ਹੈ, ਲੇਕਿਨ ਹੁਣ ਜਦੋਂ ਸਭ ਨੂੰ ਪਤਾ ਹੈ ਕਿ ਇਹਦਾ ਕੋਈ ਫਾਇਦਾ ਨਹੀਂ ਹੈ ਵੀ ਔਰ ਇਹ ਅੱਜ ਲੈਣਾ ਤੇ ਕੱਲ ਦੇਣਾ ਹੈ, ਤੇ ਇਹਦੇ ਤੋਂ ਬਿਹਤਰ ਹੈ ਕਿ ਕੋਈ ਇੱਕ ਬੰਦਾ ਇੱਕ ਕਸਮ ਚੁੱਕੇ, ਇੱਕ ਬੰਦਾ ਕੋ ਕੁਰਬਾਨੀ ਦੇ। ਆਖਰ ਇੱਕ ਬੰਦੇ ਨੇ ਕੁਰਬਾਨੀ ਤੇ ਦੇਣੀ ਹੈ। ਅਗਰ ਅਸੀਂ ਨਹੀਂ ਦੇ ਸਕਦੇ ਤੇ ਸਮਝ ਲਓ ਸਾਡੇ ਚੋਂ ਜੰਮਣ ਵਾਲੇ ਨਹੀਂ ਦੇ ਸਕਦੇ। ਜੇ ਅਗਰ ਅਸੀਂ ਐਡੇ ਜ਼ਰੂਰਤਮੰਦ ਨਹੀਂ ਤੇ ਉਹ ਜਿਹੜੇ ਸਾਡੇ ਚੋਂ ਹੋ ਰਹੇ ਨੇ ਉਹ ਕਿੱਡੇ ਕਰ ਜ਼ਰੂਰਤਮੰਦ ਹੋਣਗੇ। ਲਿਹਾਜ਼ਾ ਕੋਈ ਇੱਕ ਬੰਦਾ ਅੱਗੇ ਖੜਾ ਹੋਵੇ ਜਿਹੜਾ ਇਸ ਜਹੇਜ਼ ਤੋਂ ਬਚਣ ਦੀ ਕੋਸ਼ਿਸ਼ ਕਰੇ ਕਿ ਬਈ ਜਹੇਜ਼ ਜਿਹੜਾ ਹੈ ਉਹ ਐਸੇ ਤਰ੍ਹਾਂ ਹਰਾਮ ਹੈ ਕਿ ਜਿਸ ਤਰ੍ਹਾਂ ਸੂਰ ਹਰਾਮ ਹੈ, ਠੀਕ ਹੈ। ਤੇ ਫਿਰ ਤੇ ਉਹਦੇ ਕੋਈ ਗੱਲ ਸਮਝ ਆਉਂਦੀ। ਤੇ ਜੇ ਇੱਕ ਕਹਿੰਦਾ ਉਹ ਯਾਰ ਉਹ ਛੱਡੋ ਜੀ, ਉਹਦੀ ਕਿਹੜੀ ਗੱਲ ਹੈ ਜੀ, ਉਹ ਤੇ ਫਲਾਣਾ, ਤੇ ਉਹ ਯਾਨੀ ਉਹ ਲਜ਼ਾਮ ਤਰਾਸ਼ੀ ਕਰਕੇ ਜਾਂ ਆਪਣੇ ਆਪ ਨੂੰ ਵੱਡਾ ਬੰਦਾ ਸਮਝ ਕੇ ਜਾਂ ਆਪਣੇ ਆਪ ਨੂੰ ਉਹ ਨਹੀਂ ਉਹ ਸਾਡਾ ਵੱਡੇ ਸਾਰੇ ਦਿੰਦੇ ਆਏ ਨੇ, ਵੱਡੇ ਤੇ ਹੋਰ ਵੀ ਬੜੇ ਕੰਮ ਕਰਦੇ ਆਏ ਨੇ, ਫਿਰ ਉਹ ਤੇ ਤੁਸੀਂ ਕੋਈ ਨਹੀਂ ਕਰਦੇ ਪਿਓ। ਵੱਡਿਆਂ ਦੇ ਤੱਕਿਆ ਇਸਲਾਮਾਬਾਦ ਵੀ ਕੋਈ ਨਹੀਂ ਸੀ, ਤੁਸੀਂ ਤਾਂ ਅਮਰੀਕਾ ਦੜੀ ਹੋ ਆਏ ਹੋ। ਤੇ ਹੋਰ ਵੀ ਐਸੇ ਬੜੇ ਕੰਮ ਨੇ ਜਿਹੜੇ ਵੱਡਿਆਂ ਨੇ ਨਹੀਂ ਸੀ ਕੀਤੇ, ਉਹ ਤੁਸੀਂ ਕਰ ਰਹੇ ਹੋ। ਤੇ ਜੇ ਉਹਨਾਂ ਵਿਚਾਰਿਆਂ ਕੋਲੋਂ ਹੋ ਗਿਆ ਤੇ ਤੁਸੀਂ ਉਹਨਾਂ ਵਾਸਤੇ ਵੀ ਮਾਫੀ ਮੰਗੋ ਤੇ ਆਪੂ ਵੀ ਨਾ ਕਰਨ ਦਾ ਇਰਾਦਾ ਕਰੋ। ਉਹਨੇ ਜਹੇਜ਼ ਵਾਸਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਇੱਕ ਬੀਬੀ ਸੀ, ਉਹਨੇ ਨਾ ਵਿਚਾਰੀ ਦਾ ਯਾਨੀ ਅੱਛੀ ਬਾਸ਼ਾਉਰ ਸੀ, ਮੈਂ ਕਹਿੰਦਾ ਉਹਨੇ ਕੀਤਾ ਤੇ ਬੜਾ ਕਮਾਲ ਦਾ। ਵੈਸੇ ਜੁੱਤੀ ਵੀ ਫੇਰ ਗਈ ਉਹ। ਬਾਸ਼ਾਉਰ ਆਦਮੀ ਜਿਹੜੇ ਨਾ, ਜਿਹੜੇ ਸਮਝਦਾਰ ਨੇ, ਉਹ ਇਸ਼ਾਰਤਨ ਕਿਸੇ ਨੂੰ ਦੱਸ ਛੱਡਦੇ ਨੇ ਜੇ ਅਗਰ ਸਮਝ ਰਲ ਜੇ, ਨਹੀਂ ਤੇ ਕਿਸੇ ਨੂੰ ਕੀ ਜ਼ਰੂਰਤ ਹੈ ਕਿਸੇ ਦੀ ਬਲਦੀ ਦੇ ਵਿੱਚ ਅੱਗ ਦੇ ਵਿੱਚ ਸਿਰ ਦੇਣ ਦੀ। ਉਹ ਜਿਸ ਵਕਤ ਉਹਨਾਂ ਦਾ ਨਿਕਾਹ ਦਵਾ ਹੋ ਗਿਆ ਉਹਦਾ ਛੋਟੀ ਦਾ, ਔਰ ਉਹਨੇ ਇਹ ਹਕੀਕਤ ਹੈ ਵਿਆਹ ਹੋ ਗਿਆ ਔਰ ਨਿਕਾਹ ਹੋ ਗਿਆ, ਸ਼ਾਮ ਨੂੰ ਜਿਸ ਵਕਤ ਰੁਸਤੀ ਹੋਈ ਨਾ ਤੇ ਉਹਨਾਂ ਨੇ ਜਨਾਬ ਮੁੰਡੇ ਵਾਲਿਆਂ ਨੇ ਡਿਮਾਂਡ ਰੱਖੀ ਤੇ ਕਾਰ ਨਹੀਂ ਹੈ ਵੀ ਜਹੇਜ਼ ਦੇ ਵਿੱਚ। ਉਹਨਾਂ ਨੇ ਕਿਹਾ ਯਾਰ ਅਸੀਂ ਕਾਰ ਨਹੀਂ ਅਫੋਰਡ ਕਰ ਸਕਦੇ ਜਾਂ ਨਹੀਂ ਦੇ ਸਕੇ ਤੇ ਸਾਡੇ ਕੋਲ ਗੁੰਜਾਇਸ਼ ਨਹੀਂ ਸੀ, ਬਾਕੀ ਸਮਾਨ ਤੁਹਾਡਾ ਅਸੀਂ ਟਰੱਕ ਤੇ ਲੋਡ ਕਰਤਾ, ਲੇਕਿਨ ਗੱਡੀ ਦਾ। ਉਹਨਾਂ ਕਿਹਾ ਨਾ ਇਹ ਤੇ ਤੁਹਾਡੀ ਗੱਲ ਹੋਈ ਸੀ। ਲਓ ਬੜੇ ਪਰੇਸ਼ਾਨ। ਉਹ ਕੁੜੀ ਜਨਾਬ ਮੇਰੀ ਕਾਰ ਦੇ ਵਿੱਚ ਬੈਠੀ ਹੈ ਜਿਹੜੀ ਧੋਲੇ ਵਾਲੀ ਵਿੱਚ, ਔਰ ਉਹਨਾਂ ਦਾ ਮੱਥਾ ਲੱਗਾ ਗਲੀ ਦੇ ਵਿੱਚ। ਕਿਤਨੀ ਬੇਇੱਜ਼ਤੀ ਵਾਲੀ ਗੱਲ ਹੈ। ਤੁਸੀਂ ਸੋਚ ਸਕਦੇ ਹੋ ਉਸ ਵਕਤ ਉਸ ਕੁੜੀ ਤੇ ਜਾਂ ਉਸ ਪਿਓ ਤੇ, ਦੋ ਹੀ ਤੇ ਬੰਦੇ ਹੁੰਦੇ ਨੇ, ਚਲੋ ਬਾਕੀ ਵੀ ਬੰਦੇ ਹੀ ਨੇ, ਲੇਕਿਨ ਇਹਨਾਂ ਦੋ ਸ਼ਖਸਾਂ ਦੇ ਉੱਤੇ ਇਸ ਤਰ੍ਹਾਂ ਬੜਾ ਬੋਝ ਹੁੰਦਾ ਹੈ ਕਿ ਸ਼ਾਇਦ ਦੁਨੀਆ ਉਹਨਾਂ ਦੇ ਉੱਤੇ ਤੇ ਸਮਾਨ ਡਿੱਗ ਗਿਆ। ਕਿ ਉਧਰ ਕੁੜੀ ਦੀ ਕਾਰ ਖਲੋਤੀ ਹੈ, ਜੇ ਦੂਲਾ ਖੜਾ ਹੈ, ਉਹ ਕਹਿ ਰਿਹਾ ਕਿ ਬਈ ਕਾਰ ਅਗਰ ਨਹੀਂ ਦੇਣੀ ਤੇ ਇਹ ਗੱਡੀ ਇੱਥੇ ਖੜੀ ਹੈ, ਅਸੀਂ ਤੇ ਤੁਹਾਡੀ ਕੁੜੀ ਨਹੀਂ ਖੜਨੀ। ਔਰ ਉਧਰ ਪਿਓ ਪਰੇਸ਼ਾਨ ਹੈ ਜ਼ਾਰੇ, ਬਾਕੀ ਤੇ ਫਿਰ ਆਲਾ ਦੁਆਲਾ ਹੈ ਨਾ, ਅਸਲ ਤੇ ਗੱਲ ਸੀ ਪਿਓ ਦੀ। ਉਧਰ ਪਿਓ ਪਰੇਸ਼ਾਨ ਹੈ ਕਿ ਵੀ ਹੁਣ ਮੇਰੇ ਕੋਲ ਤੇ ਇੰਨੀ ਗੁੰਜਾਇਸ਼ ਹੀ ਨਹੀਂ ਕਿ ਮੈਂ ਕੋਈ 8 10 15 ਲੱਖ ਦੀ ਗੱਡੀ ਜਿਹੜੀ ਉਹ ਫੌਰੀ ਤੌਰ ਤੇ ਕਿੱਥੋਂ ਪੈਦਾ ਕਰਾਂ। ਖੈਰ ਅਸਮਾਨ ਵਾਲੇ ਰੱਬ ਨੇ ਮਦਦ ਕੀਤੀ ਕਿ ਬਈ ਕੋਈ ਚੰਦ ਰਿਸ਼ਤੇਦਾਰਾਂ ਨੇ ਔਰ ਕੁਝ ਆਪਣੇ ਅਜ਼ੀਜ਼ ਉਹਦੇ ਦੋਸਤ ਵਗੈਰਾ, ਉਹਨਾਂ ਫੌਰੀ ਤੌਰ ਤੇ ਗੱਡੀ ਦਾ ਅਰੇਂਜਮੈਂਟ ਕਰ ਲਿਆ। ਘੰਟੇ ਦਾ ਟਾਈਮ ਲਿਆ, ਘੰਟੇ ਬਾਅਦ ਉਹਨਾਂ ਨੇ ਦੇਖਿਆ ਸ਼ੋਰੂਮ ਤੋਂ ਨਜ਼ਦੀਕ ਤੋਂ ਜਿਹੜਾ ਨਾ ਪਕੜ ਕੇ ਚਾਬੀ ਉਹਨੂੰ ਦਿੱਤੀ, ਲੋ ਜੀ ਹੁਣ ਉਹ ਸਾਰਾ ਵਿਆਹ ਤੇ ਦੜਾਲਾ ਨਿਕਲ ਗਿਆ ਨਾ। ਸਾਰੇ ਵਿਆਹ ਦੀਆਂ ਪਰੇਸ਼ਾਨੀਆਂ ਜਿਹੜੀਆਂ ਖੁਸ਼ੀਆਂ ਸਨ ਉਹ ਤੇ ਗਮ 'ਚ ਬਦਲ ਗਿਆ, ਕਿਉਂਕਿ ਇਹਨਾਂ ਵਾਸਤੇ ਤੇ ਉਜ਼ਾਬ ਬਣ ਗਿਆ। ਉਹ ਘੰਟਾ ਇੰਨਾ ਪਰੇਸ਼ਾਨੀ ਦਾ ਉਹਨਾਂ ਨੇ ਦੇਖਿਆ ਕਿ ਵੀ ਜਿਸ ਤਰ੍ਹਾਂ ਉਹਨਾਂ ਨੇ ਗੱਡੀ ਉਹਨੂੰ ਕਰਕੇ ਦਿੱਤੀ ਹੈ, ਲੈ ਕੇ ਉਹ ਚਲਾ ਗਿਆ। ਉੱਥੇ ਜਿਸ ਵਕਤ ਪਹੁੰਚ ਗਿਆ ਨਾ ਆਪਣੇ ਪਿੰਡ, ਤੇ ਉਸ ਕੁੜੀ ਨੇ ਕਿਹਾ ਵੀ ਹੁਣ ਕੁੜੀ ਦੀ ਵਾਰ ਆ ਗਈ। ਅਕਲਮੰਦੀ ਦੀ ਇਹ ਗੱਲ ਹੁੰਦੀ, ਜੇ ਕੁੜੀ ਨੇ ਕਿਹਾ ਮੈਂ ਪੈਰ ਥੱਲੇ ਨਹੀਂ ਰੱਖਣਾ ਜਦ ਤੱਕ ਮੈਨੂੰ ਸੋਨੇ ਦੀ ਜੁੱਤੀ ਨਾ ਪਾਓ। ਇਹ ਹੁਣ ਉਸੇ ਘੰਟੇ ਵਿੱਚ ਹੀ ਉਹਨੇ ਸੋਚਿਆ, ਨਾ ਤੇ ਉਹਦੇ ਪਿਓ ਨੇ ਉਹਨੂੰ ਦੱਸਿਆ ਸੀ, ਨਾ ਉਹਦੇ ਪਿਓ ਨੇ ਉਹਨੂੰ ਕੋਈ ਫੋਨ ਕੀਤਾ ਹੈ ਕਿ ਜਿਹੜਾ ਉਹਨੇ ਇਕੱਲਿਆ ਹੋ ਕੇ ਸੁਣ ਲਿਆ। ਉਸੇ ਗੱਡੀ ਦੇ ਵਿੱਚ ਤੇ ਧੂਲਾ ਬੈਠਾ ਹੈ। ਉਹ ਨਾ ਹੀ ਕਿ ਉਹਦੀ ਸਹੇਲੀ ਸੀ ਅਸੀਂ ਜਾਂ ਕੋਈ, ਉਹਦੇ ਆਪਣੇ ਮਾਈਂਡ ਨੇ ਇਹ ਕੰਮ ਕੀਤਾ ਕਿ ਜੇ ਮੇਰੇ ਪਿਓ ਦੀ ਤੁਸੀਂ ਹੁਣ ਕੰਨ ਲਾ ਕੇ ਚੱਲੇ ਹੋ ਨਾ, ਹੁਣ ਤੁਸੀਂ ਵੀ ਜਿਸ ਵਕਤ ਇੱਥੋਂ ਤੇ ਮੈਂ ਤੁਹਾਡੇ ਨਾਲ ਹੀ ਜਾਵਾਂਗੀ ਨਾ, ਹੁਣ ਇੱਥੇ ਉਹ ਲਾ ਜਾਓ ਤੁਸੀਂ, ਅਗਰ ਕਿ ਅਸੀਂ ਕੁੜੀ ਨਹੀਂ ਖੜਨੀ ਤਾਂ ਵੀ ਬੇਇੱਜ਼ਤੀ। ਲੈ ਉੱਥੇ ਜਾ ਕੇ ਉਹਨੇ ਕਿਹਾ ਜੀ ਮੈਂ ਥੱਲੇ ਨਹੀਂ ਲੈਣਾ,
ਜਦ ਤੱਕ ਮੈਨੂੰ ਸੋਨੇ ਦੀ ਜੁੱਤੀ ਤੁਸੀਂ ਪਾਓ ਤੇ ਫਿਰ ਮੈਂ ਥੱਲੇ ਲਵਾਂਗੀ ਤੇ ਤੁਹਾਡੇ ਵਿਹੜੇ ਵੜਾਂਗੀ। ਸਮਝ ਤੇ ਫਿਰ ਰਲ ਗਈ ਨਾ ਉਹਨਾਂ ਨੂੰ ਵੀ ਹੁਣ ਬੇਇੱਜ਼ਤੀ, ਹੁਣ ਜਾਂ ਫਿਰ ਇੱਥੋਂ ਵਾਪਸ ਟੋਰੋ। ਹੁਣ ਤੇ ਜੰਜ ਆਇਆ ਕਿ ਵੀ ਤੁਹਾਡੇ ਵਿਹੜੇ ਆਈ ਵਾਪਸ ਚੱਲੀ ਹੈ ਨਾ, ਉੱਥੋਂ ਸਾਈਆਂ ਟੋਰ ਸੜੀ ਲੈ ਫੜਕਣ ਹੈ ਲੈ। ਫਿਰ ਜਨਾਬ ਮੇਰੀ ਇੱਧਰ ਤੇ ਉੱਧਰ ਉਹਨਾਂ ਕਿ ਨਾ ਇੰਝ ਹੀ ਹੋਣਾ, ਜੁੱਤੀਆਂ ਲੈ ਕੇ ਆਓ ਸੁਨਿਆਰੇ ਕੋਲੇ ਜਾਓ, ਮੈਂ ਇੱਥੇ ਹੀ ਬੈਠੀ ਹਾਂ, ਕੋਈ ਗੱਲ ਨਹੀਂ ਮੈਂ ਇੱਥੇ ਬੈਠੀ ਹਾਂ, ਜਾਓ ਸੁਨਿਆਰੇ ਨਾਲ ਗੱਲ ਕਰੋ। ਰਾਤ ਦਾ ਵਾਕਿਆ, ਸੁਨਿਆਰੇ ਨੂੰ ਕਹੋ ਜੁੱਤੀ ਦਿਓ, ਉਹ ਜਨਾਬ ਮੇਰੀ ਉਹਨਾਂ ਸੋਨਾ ਕਿਲੋ ਸੋਨਾ ਲਿਆਓ, ਅੱਧਾ ਕਿਲੋ ਜਿੰਨੇ ਦੀਆਂ ਜੁੱਤੀਆਂ ਬਣਦੀਆਂ ਨੇ ਮੈਂ ਪਾ ਕੇ ਤੁਹਾਡੇ ਵਿਹੜੇ ਜਾਣਾ। ਫਿਰ ਕੁਛ ਸਿਆਣਾ ਪਿਆ, ਫਿਰ ਉਹਨੇ ਕੁੜੀ ਦਾ ਤਰਲਾ ਕੀਤਾ, ਉਹਨੇ ਕਿਹਾ ਖੁਦਾ ਰਾ ਇੱਕ ਵਾਰੀ ਮਾਫੀ ਦੇ ਦੇ, ਸਾਰਾ ਪਿੰਡ ਤੇਰੇ ਕੋਲੋਂ ਮਾਫੀ ਮੰਗਦਾ, ਇੱਕ ਵਾਰੀ ਮਾਫੀ ਦੇ ਦੇ। ਇਹਨਾਂ ਬਦਬਖਤਾਂ ਦੀ, ਇਹਨਾਂ ਬੇਵਕੂਫਾਂ ਦੀ ਵਜ੍ਹਾ ਨਾਲ ਸਾਡੇ ਪਿੰਡ ਦੀ ਵੀ ਹੁਣ ਬੇਇੱਜ਼ਤੀ। ਸਾਡੇ ਹੁਣ ਆਈ ਹੈ ਨਾ ਗੱਲ ਪਿੰਡ ਦੇ, ਉੱਥੇ ਪਿੰਡ ਕਿੱਥੇ ਸੀ ਜਦੋਂ ਉਹਨਾਂ ਦੀ ਕਣ ਲੱਗਦੀ ਸੀ ਵੀ ਉਹਨਾਂ ਦੇ ਪਿੰਡ ਤੁਸੀਂ ਉਹਨਾਂ ਦੀ ਬੇਇੱਜ਼ਤ ਕਰਕੇ ਆਏ ਹੋ ਨਾ। ਫਿਰ ਉਹਨਾਂ ਨੇ ਉਹ ਕੁੜੀ ਦੀ ਪੈਰ ਫੜੇ, ਉਹ ਗੱਡੀ ਵਾਪਸ ਹੋਈ। ਫਿਰ ਉਹ ਚਲੋ ਹੋਈ ਤੇ ਸਹੀ, ਲੇਕਿਨ ਅਗਲਾ ਅੱਗ ਤੱਕ ਕੇ ਇੰਜ ਨਹੀਂ। ਇਸ ਵਾਸਤੇ ਖੁਦਾ ਰਾ ਇਹ ਸਾਰੇ ਕੰਮ ਛੱਡੋ, ਕਿਹੜਿਆਂ ਚੱਕਰਾਂ 'ਚ ਪੈ ਗਏ ਹੋ। ਇਹ 2-3 ਹਜ਼ਾਰ ਦਾ ਕੰਮ ਹੈ ਜਿਹੜਾ ਤੁਸੀਂ 2-3 ਕਰੋੜ ਤੇ ਲੈ ਗਏ ਹੋ। ਹੁਣ ਤੇ ਲੱਖਾਂ 'ਚ ਕੋਈ ਸ਼ੈ ਨਹੀਂ ਲੱਭਦੀ ਵੀ। ਇਹ ਬਿਲਕੁਲ ਜਿਹੜਾ ਨਾ ਨਿਕਾਹ ਬਿਲਕੁਲ ਆਸਾਨ ਹੈ, ਕੋਈ ਐਡੀਆਂ ਵੱਡੀਆਂ ਨਾ ਸ਼ਰਾਇਤ ਨੇ, ਨਾ ਕੋਈ ਐਡੇ ਵੱਡੇ ਮਾਮਲਾਤ ਨੇ ਕਿ ਥੋੜ੍ਹੇ ਜਿਹੇ ਬੰਦਿਆਂ ਦਾ ਇੱਕ ਬੱਕਰੀ ਦਾ ਬੱਚਾ ਅਗਰ ਤੁਸੀਂ ਕੋਹ ਕੇ ਤੇ ਵਲੀਮਾ ਕਰਨਾ ਚਾਹੋ ਤੇ ਕਰ ਸਕਦੇ ਹੋ। ਉਹ ਨਿਕਾਹ ਤੇ ਕਿੰਨਾ ਖਰਚਾ ਆਉਂਦਾ। ਇਹ ਬਾਕੀ ਰਿਵਾਜ ਜਿਹੜੇ ਨੇ ਤੁਹਾਡੇ ਆਪਣੇ ਨੇ, ਇਹ ਵਿਆਹ ਦੇ ਨਹੀਂ। ਨਾ ਹੀ ਇਹਦੇ ਨਾ ਕੀਤਿਆਂ ਨਿਕਾਹ ਨਹੀਂ ਹੁੰਦਾ।